ਮੈਂ ਤਾਂ ਕਹਿੰਦਾ ਕਿ ਵੀ ਮਜੀਠੀਆ ਸਾਹਿਬ ਦੇ ਬਾਰੇ ਤਾਂ ਜਿੰਨੀ ਘੱਟ ਗੱਲ ਕਰੀਏ ਉਨੀ ਹੀ ਚੰਗੀ ਹੈ। ਨਰਿੰਦਰ ਮੋਦੀ ਜੀ ਇੱਕ ਬਹੁਤ ਵੱਡੇ ਦੇਸ਼ ਭਗਤ ਨੇ, ਨੈਸ਼ਨਲ ਸਿਕਿਉਰਿਟੀ ਲਈ ਉਹ ਆਪਣੀ ਜਾਨ ਵੀ ਦਿੰਦੇ ਨੇ ਤੇ ਆਪ ਤਾਂ ਰੋਜ਼ ਲੜਦੀ ਰਹਿੰਦੀ ਹੈ ਜੀ ਦਿੱਲੀ 'ਚ ਬੈਠ ਕੇ ਸੈਂਟਰਲ ਸਰਕਾਰ ਨਾਲ। ਮਾਨ ਸਾਹਿਬ ਕੀ ਪੈਸਾ ਲੈਣਗੇ ਸੈਂਟਰ ਤੋਂ? ਜਿਨ੍ਹਾਂ ਨੇ ਵੋਟ ਲੈ ਕੇ ਉਹਨਾਂ ਨੂੰ ਬਿਲਕੁਲ ਭੁੱਲ ਗਏ, ਜਿਨ੍ਹਾਂ ਨੇ 60 70 100 ਬੰਦੇ ਹਾਦਸੇ 'ਚ ਮਰ ਗਏ, ਉਹਨਾਂ ਦਾ ਦੁਬਾਰਾ ਹਾਲ ਨਹੀਂ ਪੁੱਛਿਆ ਤੇ ਫਿਰ ਤੁਸੀਂ ਸੋਚਦੇ ਹੋ ਕਿ ਉਹਨਾਂ ਨੂੰ ਜਾ ਕੇ ਉਹਨਾਂ ਨੇ ਜੱਫੀਆਂ ਪਾਉਣੀਆਂ। ਦੇਖੋ ਇਹ ਦੋ ਬਲਦ ਘੋਲ ਕਰੀ ਜਾਂਦੇ ਨੇ ਔਰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ, ਇੱਕ ਦੂਜੇ ਨੂੰ ਇਹ ਕਹਿੰਦੇ ਨੇ ਜੀ ਇਹਨੂੰ ਮੈਂ ਨਹੀਂ ਛੱਡਣਾ ਤਾਂ ਦੂਜਾ ਕਹਿੰਦਾ ਇਹਨੂੰ ਮੈਂ ਨਹੀਂ ਛੱਡਣਾ। ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਨੇ ਔਰ ਮੈਨੂੰ ਇਹ ਕਿਹਾ ਕਿ ਵੀ ਤੁਸੀਂ ਜਾ ਕੇ ਖੁਦ ਪੰਜਾਬ ਦੀ ਸੇਵਾ ਕਰੋ ਔਰ ਜਿੱਦਾਂ ਮੈਂ ਵਾਰਾਣਸੀ ਦੇ ਵਿੱਚ ਸੇਵਾ ਕੀਤੀ ਹੈ ਤੁਸੀਂ ਅੰਮ੍ਰਿਤਸਰ ਵਿੱਚ ਸੇਵਾ ਕਰੋ। ਉਹਨਾਂ ਦੇ ਦਰਵਾਜ਼ੇ ਨਹੀਂ ਖੋਲ੍ਹਦੇ ਪਏ ਅਤੇ ਮੈਨੂੰ ਘਰ ਘਰ 'ਚ ਜਾ ਕੇ ਬੀਬੀਆਂ ਆਪਣੇ ਬੱਚਿਆਂ ਨੂੰ ਬੁਲਾਉਂਦੀਆਂ, ਕਹਿੰਦੀਆਂ ਵੀ ਥੱਲੇ ਆਹ ਦੇਖੋ ਤੂੰ ਵੀ ਕਾਕਾ ਇੱਦਾਂ ਇੱਦਾਂ ਇੱਕ ਦਿਨ ਅਫਸਰ ਬਣਨਾ। ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਿਹਾ। ਅੰਮ੍ਰਿਤਸਰ ਦੀ ਇੱਕ ਸੀਟ ਬੜੀ ਅਹਿਮ ਹੈ ਔਰ ਚਰਚਾ ਦਾ ਵਿਸ਼ਾ ਹੈ। ਇਹ ਉਹੀ ਸੀਟ ਹੈ ਜਿੱਥੋਂ ਨਵਜੋਤ ਸਿੰਘ ਸਿੱਧੂ ਹੋਰੇ ਮੈਦਾਨ ਦੇ ਵਿੱਚ ਹੈ ਅਤੇ ਜਿੱਥੋਂ ਉਹਨਾਂ ਦੇ ਸਾਥੀ ਵਿਕਰਮ ਸਿੰਘ ਮਜੀਠੀਆ ਹੋਰੇ ਮੈਦਾਨ ਦੇ ਵਿੱਚ ਹੈ। ਕਾਫੀ ਸਿੰਘ ਫਸੇ ਹੋਏ ਨੇ ਅਤੇ ਇੱਥੇ ਬੀਜੇਪੀ ਨੇ ਵੀ ਇੱਕ ਆਪਣੀ ਇਹੋ ਜਿਹੀ ਚਾਲ ਖੇਡੀ ਹੈ ਜਾਂ ਇਹ ਕਹੋ ਕਿ ਐਸੀ ਸ਼ਤਰੰਜ ਵਿਛਾਈ ਹੈ ਜਿਹਦੇ ਵਿੱਚ ਉਹ ਦੋਨਾਂ ਨੂੰ ਲਪੇਟਣ ਦੇ ਯਤਨ ਦੇ ਵਿੱਚ ਨੇ। ਇੱਕ ਸਿੱਖ ਚਿਹਰਾ ਅਤੇ IAS ਅਧਿਕਾਰੀ ਡਾਕਟਰ ਜਗਮੋਹਨ ਰਾਜੂ ਇੱਥੇ ਮੈਦਾਨ ਦੇ ਵਿੱਚ ਹੈ। ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਇਹਨਾਂ ਦੋ ਸਿਆਸੀ ਘੋੜਿਆਂ ਨੂੰ ਮਾਤ ਦੇਣਗੇ। ਡਾਕਟਰ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਡਾਕਟਰ ਸਾਹਿਬ, ਅਚਨਚੇਤ ਨੌਕਰੀ ਕਰਦੇ ਕਰਦੇ ਸਿਆਸਤ ਦੇ ਵਿੱਚ ਸਿੱਧਾ ਹੀ ਸਟੈਪ ਲੈ ਲਿਆ, ਕਾਰਨ ਇੱਕ ਹੈ ਕਿ ਜੀ ਮੈਂ ਤਾਂ ਇੱਥੇ ਪੰਜਾਬ ਦਾ ਹੀ ਜੰਮਿਆ ਪਲਿਆ ਲੜਕਾ ਹਾਂ ਔਰ ਪੰਜਾਬ ਦੀ ਸੇਵਾ ਕਰਨ ਦਾ ਇੱਕ ਮੰਚ ਚਾਅ ਹਮੇਸ਼ਾ ਹੀ ਰਿਹਾ ਹੈ। ਹਾਂ, ਇਹ ਮੇਰਾ ਸੁਭਾਗ ਹੈ ਕਿ ਅਚਨਚੇਤ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਨੇ ਮੇਰਾ ਚयन ਕਰਕੇ ਔਰ ਮੈਨੂੰ ਇਹ ਕਿਹਾ ਕਿ ਵੀ ਤੁਸੀਂ ਜਾ ਕੇ ਖੁਦ ਪੰਜਾਬ ਦੀ ਸੇਵਾ ਕਰੋ ਔਰ ਜਿੱਦਾਂ ਮੈਂ ਵਾਰਾਣਸੀ ਦੇ ਵਿੱਚ ਸੇਵਾ ਕੀਤੀ ਹੈ ਤੁਸੀਂ ਅੰਮ੍ਰਿਤਸਰ ਵਿੱਚ ਸੇਵਾ ਕਰੋ। ਇਹ ਹੁਕਮ ਜਿਹੜਾ ਉਹਨਾਂ ਦਾ ਸੀਗਾ ਮੇਰੇ ਮਨ ਦੀ ਪੂਰੀ ਚਾਹ ਨੂੰ ਉਹਨੇ ਪੂਰਾ ਕੀਤਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਮੈਂ ਉਹਨੂੰ ਨਾ ਕਰਦਾ, ਕਿਉਂਕਿ ਜਿਹੜੀ ਮੇਰੀ 37 ਸਾਲ ਬਾਅਦ ਘਰ ਵਾਪਸੀ ਹੋਈ ਉਹ ਵੀ ਅੰਮ੍ਰਿਤਸਰ ਤੋਂ। ਅੱਛਾ, ਘਰ ਵਾਪਸੀ ਤਾਂ ਵੈਸੇ ਸਿਆਸੀ ਪਾਰਟੀਆਂ ਵਾਲੇ ਕਹਿੰਦੇ ਹੁੰਦੇ ਆ, ਕਿਤੇ ਬੀਜੇਪੀ ਨਾਲ ਪਹਿਲਾਂ ਤਾਂ ਨਹੀਂ ਜੁੜੇ ਸੀ। ਦੇਖੋ ਇਹ ਇੱਦਾਂ ਹੈ ਕਿ ਆਪਾਂ ਨੂੰ ਨਾ ਇਸ ਵਿਚਾਰ ਨੂੰ ਛੱਡਣਾ ਚਾਹੀਦਾ ਹੈ ਜੀ ਕਿ ਵੀ ਜੀ ਆਹ ਰੰਗ ਦਾ ਪੱਗ ਬੰਨੀ ਹੈ ਤੂੰ ਆਹ ਪਾਰਟੀ ਦਾ ਹੈ, ਤੂੰ ਆਹ ਬੋਲੀ ਬੋਲਦਾ ਹੈ ਤੂੰ ਆਹ ਪਾਰਟੀ ਦਾ ਹੈ। ਇਹ ਇੱਕ ਆਪਾਂ ਨੂੰ ਮੈਂ ਇਹ ਕਹਿ ਰਿਹਾ ਕਿ ਜੀ 37 ਸਾਲ ਪੰਜਾਬ ਦੇ ਇੱਕ ਲੜਕੇ ਨੇ ਦੇਸ਼ ਦੀ ਸੇਵਾ ਕੀਤੀ IAS ਦੇ ਵਿੱਚ ਰਹਿ ਕੇ। ਜੀ 15 ਸਾਲ ਤਾਮਿਲਨਾਡੂ ਜੋ ਕਿ ਇੱਕ ਬਹੁਤ ਹੀ ਤਰੱਕੀਵੰਦ ਸਟੇਟ ਹੈ ਔਰ 20 ਸਾਲ ਭਾਰਤ ਸਰਕਾਰ ਦੇ ਵਿੱਚ, ਜਿਹਦੇ ਵਿੱਚ 3 ਸਾਲ ਮੈਂ ਲੰਡਨ ਰਿਹਾ, ਜਿਹਦੇ ਵਿੱਚ ਮੈਨੂੰ ਸਾਰੇ ਇੰਡੀਆ ਦੇ ਐਗਰੀਕਲਚਰ ਪ੍ਰੋਡਕਟਸ ਦੀ ਐਕਸਪੋਰਟ ਪ੍ਰਮੋਸ਼ਨ ਯੂਰਪ ਦੇ ਵਿੱਚ ਕਰਨ ਦਾ ਮੌਕਾ ਮਿਲਿਆ। ਸੋ ਰਾਮਦਾਸ ਜੀ ਦੀ ਨਗਰੀ ਸ਼੍ਰੀ ਅੰਮ੍ਰਿਤਸਰ, ਜਿਹਨੂੰ ਕੋਈ ਮੌਕਾ ਮਿਲੇ ਸੇਵਾ ਕਰਨ ਦਾ, ਇਸ ਤੋਂ ਵੱਡਾ ਭਾਗ ਕਿਸੇ ਦਾ ਨਹੀਂ ਹੋ ਸਕਦਾ। ਜਿਹੜੇ ਇੱਥੇ ਪਹਿਲਾਂ ਬੀਜੇਪੀ ਦੇ ਸੇਵਾਦਾਰ ਹੁੰਦੇ ਸੀ ਨਵਜੋਤ ਸਿੰਘ ਸਿੱਧੂ ਹੋਰੇ, ਉਹ ਬੀਜੇਪੀ ਛੱਡ ਕੇ ਹੁਣ ਤੁਹਾਡੇ ਮੁਕਾਬਲੇ ਦੇ ਵਿੱਚ ਨੇ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਜਦੋਂ ਆਪਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਦੇਖਦੇ ਹਾਂ, ਬੜੇ ਮਜ਼ਬੂਤ ਕੈਂਡੀਡੇਟ ਨੇ। ਸਾਨਾਂ ਦਾ ਭੇੜ ਇਸ ਸੀਟ ਨੂੰ ਮੰਨਿਆ ਜਾ ਰਿਹਾ ਜੇ ਆਪਾਂ ਠੇਠ ਪੰਜਾਬੀ 'ਚ ਗੱਲ ਕਰਦੇ ਹਾਂ। ਉਸ ਵਕਤ ਤੁਹਾਡਾ ਇੱਥੇ ਆਉਣਾ ਟੱਕਰ ਕਿਹੋ ਜਿਹੀ ਲੱਗਦੀ ਹੈ? ਤੁਸੀਂ ਸ਼ਬਦ ਯੂਜ਼ ਕੀਤਾ ਹੈ ਸੇਵਾਦਾਰ, ਕਿ ਦੋ ਹੋਰ ਸੇਵਾਦਾਰ ਵੀ ਇੱਥੇ ਨੇ, ਬਟ ਮੈਨੂੰ ਕੋਈ ਵੀ ਸੇਵਾ ਇੱਥੇ ਕੀਤੀ ਦਿਖਦੀ ਕੋਈ ਨਹੀਂ ਜੀ। ਸਿੱਧੂ ਸਾਹਿਬ ਇੱਕ ਸ਼ਹਿਰੀ ਮੰਤਰੀ ਸਨ 2 ਸਾਲ ਦੇ ਲਈ ਜਾਂ 3 ਸਾਲ ਦੇ ਲਈ। ਨਹੀਂ, ਪਹਿਲਾਂ ਮੈਂਬਰ ਪਾਰਲੀਮੈਂਟ ਵੀ ਐਸੇ ਸੀ। ਹਾਂ, ਮੈਂ ਦੱਸ ਰਿਹਾ ਸੀਗਾ ਜੀ ਕਿ 10 ਸਾਲ MP
ਔਰ ਉਸ ਤੋਂ ਬਾਅਦ ਸ਼ਹਿਰੀ ਮੰਤਰੀ। ਪਰ ਜੇ ਤੁਸੀਂ ਜਾ ਕੇ ਅੰਮ੍ਰਿਤਸਰ ਈਸਟ ਦੀ ਹਾਲ ਦੇਖੋ ਤਾਂ ਰੋਣਾ ਆ ਜਾਂਦਾ ਹੈ ਜੀ। ਕੋਈ ਸੜਕ ਤੁਹਾਨੂੰ ਸਬੂਤੀ ਮਿਲ ਜਾਏ, ਕਿਤੇ ਤੁਹਾਨੂੰ ਸਾਫ਼ ਸੁਥਰੀ ਜਗ੍ਹਾ ਮਿਲ ਜਾਏ, ਗੰਦ ਨਾਲ ਸਾਰੇ ਸ਼ਹਿਰ ਭਰਿਆ ਹੋਇਆ, ਕੋਈ ਗੰਦ ਦੀ ਕਲੈਕਸ਼ਨ ਨਹੀਂ ਹੈ ਜੀ, ਕਿਤੇ ਕੋਈ ਸੈਨੀਟੇਸ਼ਨ ਨਹੀਂ ਹੈ। ਤਾਰਾਂ ਇੱਦਾਂ ਲਮਕਦੀਆਂ ਹੈ ਜਿੱਦਾਂ ਕਿਤੇ ਜੰਗਲ ਹੁੰਦਾ, ਤਾਰਾਂ ਦਾ ਜੰਗਲ ਹੁੰਦਾ ਹੈ ਜੀ। ਕੋਈ ਪਲੈਨਿੰਗ ਨਹੀਂ ਹੈ ਜੀ, ਕੋਈ ਕੁਛ ਨਹੀਂ ਹੈ। ਇੱਦਾਂ ਦਾ ਸ਼ਹਿਰ, ਮੈਂ ਤਾਂ ਸੋਚਦਾ ਵੀ ਸ਼ਹਿਰ ਕਹਿਣਾ ਵੀ ਇਹਨੂੰ ਠੀਕ ਨਹੀਂ ਹੈ, ਇਹ ਤਾਂ ਪਿੰਡ ਵਾਂਗੂ ਦਿਖਦਾ ਹੈ ਜੀ। ਅਤੇ ਜੇ ਇੱਦਾਂ ਦੇ ਸੇਵਾਦਾਰ ਇੱਥੇ ਸੇਵਾ ਕਰਦੇ ਰਹੇ ਨੇ ਤਾਂ ਮੈਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਅਹਿਮੀਅਤ ਨਹੀਂ ਦਿੰਦਾ। ਦੂਜਾ ਤੁਸੀਂ ਨਾਮ ਲਿੱਤਾ ਹੈ ਮਜੀਠੀਆ ਸਾਹਿਬ ਦਾ, ਮੈਂ ਤਾਂ ਕਹਿੰਦਾ ਕਿ ਵੀ ਮਜੀਠੀਆ ਸਾਹਿਬ ਦੇ ਬਾਰੇ ਤਾਂ ਜਿੰਨੀ ਘੱਟ ਗੱਲ ਕਰੀਏ ਉਨੀ ਹੀ ਚੰਗੀ ਹੈ, ਕਿਉਂਕਿ ਪਾਵਨ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਿੱਚ ਜੇ ਕੋਈ ਐਸਾ ਪ੍ਰਤੀਨਿਧੀ, ਐਸਾ ਲੀਡਰ ਇਹ ਆਸ ਰੱਖਦਾ ਹੈ ਕਿ ਮੇਰੇ ਉੱਤੇ FIR ਹੋਣ ਦੇ ਬਾਵਜੂਦ, ਔਰ FIR ਵੀ ਕੋਈ ਛੋਟੀ ਮੋਟੀ ਨਹੀਂ, ਬੱਚਿਆਂ ਨੂੰ, ਲੋਕਾਂ ਨੂੰ ਡਰੱਗ ਵੇਚਣ ਦੀ, ਚਿੱਟਾ ਵੇਚਣ ਦੀ FIR ਤੇ ਤੁਹਾਡੇ ਉੱਤੇ ਲੱਗੀ ਹੈ, ਫਿਰ ਵੀ ਤੁਸੀਂ ਇਹ ਆਸ ਰੱਖਦੇ ਹੋ ਕਿ ਜੀ ਮੈਂ ਇੱਥੇ ਆ ਕੇ ਅੰਮ੍ਰਿਤਸਰ ਦੇ ਵਿੱਚ ਇੱਕ MLA ਦੀ ਇਲੈਕਸ਼ਨ ਲੜਾਂਗਾ। ਤੇ ਮੈਂ ਕਹਿੰਦਾ ਵੀ ਇਹ ਬਹੁਤ ਦੁਰਭਾਗਿਆ ਹੋਇਆ। ਇੱਥੇ ਇੱਕ ਨਾ ਹੋਰ ਸਵਾਲ ਖੜਾ ਹੋ ਜਾਂਦਾ ਡਾਕਟਰ ਸਾਹਿਬ। ਗੱਲ ਇਹ ਆ ਕਿ ਜਦੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤਾ ਸੀ, ਜਿਹੜੀ ਨੈਸ਼ਨਲ ਦੇ ਅੰਦਰ ਆਉਂਦੀ ਹੈ, ਆਪਣੇ ਸੈਂਟਰ ਦੇ ਸਰਕਾਰ ਦੇ ਅਧੀਨ ਆਉਂਦੀ ਹੈ। ਮਾਮਲਾ ਦਰਜ ਹੋਇਆ, ਪੜਚੋਲ ਹੋਈ, ਉਦੋਂ BJP ਦੀ ਤੇ ਅਕਾਲੀ ਦਲ ਦੀ ਮਿਲਮੀ ਸਰਕਾਰ ਸੀ। ਲੱਗਦਾ ਸੀ ਕਿ ਉਦੋਂ ਐਕਸ਼ਨ ਲੈ ਲਿਆ ਜਾਊਗਾ, ਐਕਸ਼ਨ ਉਦੋਂ ਨਹੀਂ ਹੋਇਆ। ਇਹ ਲਟਕਦਾ ਗਿਆ। ਕਿਤੇ ਇਹ ਤਾਂ ਨਹੀਂ ਸੀਗਾ ਕਿ ਪਹਿਲਾਂ ਉਹਨਾਂ ਦੇ ਨਾਲ ਢਿੱਲ ਵਰਤੀ ਗਈ ਤੇ ਹੁਣ ਇਹ ਲੱਗਦਾ ਕਿ ਉਹ ਸਿਆਸੀ ਵਿਰੋਧੀ ਨੇ ਤੇ ਚੂੜੀਆਂ ਕੱਸੀਆਂ ਜਾਣ? ਦੇਖੋ, ਸਿਆਸੀ ਵਿਰੋਧੀ ਕਿਹਦੇ ਨੇ ਬਈ? FIR ਤਾਂ ਕਾਂਗਰਸ ਸਰਕਾਰ ਨੇ ਲਗਾਈ ਹੈ, ਤੁਸੀਂ BJP ਦੀ ਗੱਲ ਕਰ ਰਹੇ ਹੋ। ਜਿਹੜੇ ਪਹਿਲਾਂ ਵਾਲੇ ਸਟਿਲ ਉਹ ਤਾਂ ਮਾਮਲਾ ਕਲੀਅਰ ਨਹੀਂ ਨਾ ਹੋਇਆ ਸਰ। ਮੈਂ ਇਹੀ ਕਹਿ ਰਿਹਾ ਨਾ ਜੀ ਕਿ ਬਈ FIR ਜਿਹੜੀ ਲੱਗੀ ਹੈ ਉਹ BJP ਨੇ ਨਹੀਂ ਲਗਾਈ, ਔਰ ਉਸ FIR ਦੇ ਖਿਲਾਫ ਉਹ ਹਾਈ ਕੋਰਟ 'ਚ ਵੀ ਗਏ ਨੇ ਤੇ ਹਾਈ ਕੋਰਟ ਨੇ ਨਹੀਂ ਗੱਲ ਉਹਨਾਂ ਨੇ ਮੰਨੀ। ਇਟ ਮੀਨਸ ਇੱਕ, ਚਲੋ ਇਹ ਆਪਾਂ ਕਾਂਗਰਸ ਤੇ ਛੱਡ ਦਿੰਦੇ ਆ, ਤੇ ਇਹਦਾ ਮਤਲਬ ਇਹ ਹੈ ਕਿ ਸਾਫਟ ਕਾਰਨਰ ਰੱਖਦੀ ਹੈ BJP। ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਵਾਲੀ ਜਾਂਚ ਆ ਉਹ ਹਜੇ ਤੱਕ ਉਵੇਂ ਤੁਰੀ ਫਿਰਦੀ ਹੈ ਜੀ। 6000 ਕਰੋੜ ਦਾ ਡਰੱਗ ਐਕਟ ਆਇਆ, ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨੇੜਲਿਆਂ ਦੇ ਨਾਮ ਆਏ। ਸਾਨੂੰ ਨਹੀਂ ਪਤਾ ਉਹ ਕਿੰਨੇ ਸਹੀ ਨੇ ਕਿੰਨੇ ਗਲਤ ਨੇ, ਇਨਵੈਸਟੀਗੇਸ਼ਨ ਸਿਰੇ ਨਹੀਂ ਚੜੀ। ਬਈ BJP ਸਰਕਾਰ ਜੋ ਪ੍ਰਧਾਨ ਮੰਤਰੀ ਜੀ ਦੇ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ, ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਉਹਨਾਂ ਨੇ ਦੇਸ਼ ਦਰੋਹਿਆਂ ਦੀ ਕੋਈ ਵੀ ਮਦਦ ਕੀਤੀ ਹੈ ਜਾਂ ਉਹਨਾਂ ਲਈ ਕੋਈ ਵੀ ਸੌਫਟ ਕਾਰਨਰ ਹੈ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਨਰਿੰਦਰ ਮੋਦੀ ਜੀ ਇੱਕ ਬਹੁਤ ਵੱਡੇ ਦੇਸ਼ ਭਗਤ ਨੇ, ਨੈਸ਼ਨਲ ਸਿਕਿਉਰਿਟੀ ਲਈ ਉਹ ਆਪਣੀ ਜਾਨ ਵੀ ਦਿੰਦੇ ਨੇ। ਇਸ ਲਈ ਇਹ ਕਹਿਣਾ ਕਿ ਜੀ ਉਹਨਾਂ ਨੇ ਕੋਈ ਸੌਫਟ ਕਾਰਨਰ ਹੈ, ਬਿਲਕੁਲ ਇੱਕ ਦੁਰਉਪਯੋਗ ਹੈ ਸ਼ਬਦਾਂ ਦਾ ਜੀ। ਤੇ ਹੁਣ ਇਹਨਾਂ ਸੁਨੀਲ ਜਾਖੜ ਹੋਰਾਂ ਦੀ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਆ, ਉੱਥੇ ਅਸਲ 'ਚ ਰੈਲੀ ਵੀ ਚੱਲ ਰਹੀ ਹੈ, ਉੱਥੇ ਬੋਲਦੇ ਆ। ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਦਾ 56 ਇੰਚ ਦਾ ਸੀਨਾ ਹੈ, ਪਰ ਦਿਖਾਇਆ ਭਾਰਤ ਵਾਲਿਆਂ ਨੂੰ, ਨਾ ਪਾਕਿਸਤਾਨ ਵਾਲੇ ਪਾਸੇ ਨੂੰ ਹਿੰਮਤ ਕੀਤੀ ਤੇ ਨਾ ਹੀ ਚਾਈਨਾ ਵਾਲੇ ਪਾਸੇ ਆਈ। ਹੁਣ ਇੱਥੇ ਅਸੀਂ ਜਿਹੜੀ ਬਾਰਡਰ ਸਟੇਟ ਦੇ ਜਮਾਂ ਬਾਰਡਰ ਵਾਲੇ ਹਲਕੇ 'ਚ ਬੈਠੇ ਹਾਂ, ਤਾਂ ਫਿਰ ਸੋਸ਼ਲ ਸਿਕਿਉਰਿਟੀ ਤੋਂ ਲੈ ਕੇ ਜਿਹੜੀ ਦੇਸ਼ ਦੀ ਸੁਰੱਖਿਆ ਤੱਕ ਦੇ ਮਾਮਲੇ ਆ, ਇਹ BJP ਚੱਕਦੀ ਤਾਂ ਬਹੁਤ ਹੈ। ਇੰਪਲੀਮੈਂਟ ਹੋਣਗੇ, ਹੱਲ ਹੋਣਗੇ ਮਸਲੇ? ਤੁਸੀਂ ਸਵਾਲ ਮਤਲਬ ਤੁਸੀਂ ਇਹ ਦੱਸੋ ਕਿ ਸਰਜੀਕਲ ਸਟ੍ਰਾਈਕ ਹੋਈ ਕਿ ਨਹੀਂ ਹੋਈ? ਉਹਦੇ 'ਤੇ ਸਵਾਲ ਉੱਠਦੇ ਰਹੇ ਜੀ। ਨਹੀਂ, ਸਵਾਲ ਤਾਂ ਆਪੋਜੀਸ਼ਨ ਵਿਰੋਧੀਆਂ ਦਾ ਕੰਮ ਹੈ ਕਰਨਾ ਕਿ ਵੀ ਸਰਜੀਕਲ ਸਟ੍ਰਾਈਕ ਹੋਈ ਕਿ ਨਹੀਂ ਹੋਈ, 에ਅਰਫੋਰਸ ਨੇ ਸਟ੍ਰਾਈਕ ਕੀਤੀ ਕਿ ਨਹੀਂ ਕੀਤੀ, ਚੀਨ ਨੂੰ ਉੱਥੇ ਬੰਨ੍ਹ ਕੇ ਰੱਖਿਆ ਹੋਇਆ ਕਿ ਨਹੀਂ ਰੱਖਿਆ ਹੋਇਆ। ਪਰ ਚੀਨ ਤਾਂ ਸਰ ਸਾਡੇ ਵਾਲੇ ਪਾਸੇ ਹਲੇ ਵੀ ਅਟੈਕ ਕਰ ਰਿਹਾ ਹੈ। ਅੱਗੇ ਕੀ ਹੁੰਦਾ ਸੀ, ਕਿਉਂਕਿ ਇਸ ਵਾਰ ਤਾਂ ਅੰਮ੍ਰਿਤਸਰ ਦੇ ਵਿੱਚ ਚਲੋ ਲੋਕਡਾਊਨ ਲੱਗ ਗਿਆ, ਜਦੋਂ ਤਾਂ ਪਾਕਿਸਤਾਨ ਤੋਂ ਕੁਛ ਹੁੰਦਾ ਸੀ ਤਾਂ ਨਾਲ ਦੀ ਨਾਲ ਥੋੜ੍ਹੇ ਜਿਹੇ ਬੰਦੇ ਆ ਉਹ ਝੰਡੇ ਚੱਕ ਕੇ ਆ ਜਾਂਦੇ ਸੀ ਪਾਕਿਸਤਾਨ ਵੱਲ, ਤੇ ਜਦੋਂ ਕਿਤੇ ਚਾਈਨਾ ਕੁਛ ਕਰਦਾ ਸੀ ਉੱਥੇ ਐਕਸ਼ਨ ਨਹੀਂ ਲਏ ਜਾਂਦੇ ਸੀ। ਇਹ ਅੱਜ ਵੀ ਇਹ ਚੱਲਦਾ ਕਿ ਸਾਫਟ ਕਾਰਨਰ ਕਿਉਂ? ਇੱਕ ਪਾਸੇ ਸਾਡੇ ਨੌਜਵਾਨ ਮਾਰੇ ਜਾ ਰਹੇ ਸੀ, ਦੂਸਰੇ ਪਾਸੇ ਪ੍ਰਧਾਨ ਮੰਤਰੀ ਹੋ ਰਿਹਾ। ਦੇਖੋ ਜੀ, ਜਿੰਨਾ ਸਟਰੋਂਗ ਐਕਸ਼ਨ ਨਰਿੰਦਰ ਮੋਦੀ ਜੀ ਨੇ ਚੀਨ ਦੇ ਖਿਲਾਫ ਲਿੱਤਾ, ਪੂਰੀ ਦੀ ਪੂਰੀ ਫੌਜ ਉਹਨਾਂ ਦੇ ਸਾਹਮਣੇ ਜਾ ਕੇ ਖੜੀ ਕਰਤੀ। ਸਾਰੇ ਉਹਨਾਂ ਦੇ ਬਿਜ਼ਨੈਸਿਸ, ਉਹਨਾਂ ਦੀ ਕੰਪਨੀਆਂ, ਤੁਹਾਨੂੰ ਪਤਾ ਹੀ ਹੋਏਗਾ ਕਿ ਉਹਨਾਂ 'ਤੇ ਬੈਨ ਲਗਾਇਆ ਗਿਆ। ਇਸ ਤੋਂ ਵੱਡਾ ਔਰ ਇਸ ਤੋਂ ਕਠੋਰ ਸਟੈਪ ਹੋਰ ਕਿਸੇ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਲਿੱਤਾ। ਸਰ ਮੈਨੂੰ ਲੱਗਦਾ ਤੁਸੀਂ ਨਾ ਤਾਮਿਲਨਾਡੂ ਤੱਕ ਜ਼ਿਆਦਾ ਸੀਮਤ ਰਹੇ, ਤੁਸੀਂ ਅੰਕੜਿਆਂ ਵਾਲੇ ਪਾਸੇ ਘੱਟ ਧਿਆਨ ਦਿੱਤਾ।
ਜਿਹੜੇ ਅੰਕੜੇ ਨੇ ਕਿ ਉਹ ਜਿਹੜੀਆਂ ਚਾਈਨਾ ਦੀਆਂ ਕੰਪਨੀਆਂ ਉਹਨਾਂ ਦਾ ਬਿਜ਼ਨਸ ਇੱਥੇ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਫਿਰ ਵਧ ਰਿਹਾ, ਬੜੇ ਕੁਝ ਸਾਹਮਣੇ ਆਉਂਦੇ ਨੇ। ਖੈਰ ਆਪਾਂ ਇਸ ਸੀਟ ਦੇ ਉੱਤੇ ਫੋਕਸ ਕਰੀਏ ਤਾਂ ਇੱਥੇ ਜਿਹੜੇ ਅਹਿਮ ਮੁੱਦੇ ਨੇ ਉਹ ਕੀ ਹੈ ਜਿਹੜੇ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਲੋਕਾਂ ਨੂੰ ਦੱਸੋਗੇ ਤੇ ਲੋਕ ਤੁਹਾਨੂੰ ਵੋਟ ਪਾ ਦੇਣ? ਇਹ ਅਹਿਮ ਮੁੱਦੇ ਉਹੀ ਨੇ ਜਿਹੜੇ ਤੁਹਾਨੂੰ ਮੈਂ ਗਿਣਾ ਰਿਹਾ ਕਿ ਸਭ ਤੋਂ ਵੱਡਾ ਮੁੱਦਾ ਹੈ ਕਿ ਵੀ ਚਿੱਟਾ ਔਰ ਡਰੱਗ ਦੀ ਜਿਹੜੀ ਬਿਮਾਰੀ ਫੈਲਾਈ ਹੋਈ ਹੈ ਉਹਨੂੰ ਖਤਮ ਕਰਨਾ, ਆਪਣੀ ਇਸ ਕੌਂਸਟੀਟੂਐਂਸੀ ਨੂੰ, ਇਸ ਹਲਕੇ ਨੂੰ ਚਿੱਟਾ ਮੁਕਤ ਕਰਨਾ। ਦੂਜਾ ਹੈ ਕਿ ਇਸ ਹਲਕੇ 'ਚ ਕਦੀ ਕੋਈ ਤਰੱਕੀ ਨਹੀਂ ਹੋਈ, ਨਾ ਤਾਂ ਇੱਥੇ ਪਾਣੀ ਦੀ ਸਪਲਾਈ ਚੱਜਦੀ ਹੈ, ਹੁਣ ਪਾਣੀ ਦੀ ਸਪਲਾਈਆਂ ਕਰਵਾਉਣੀਆਂ, ਨਾ ਇੱਥੇ ਕੋਈ ਸਫਾਈ ਹੈ, ਗੰਦਗੀ ਪਈ ਹੋਈ ਹੈ, ਉਹਨੂੰ ਇੰਪਰੂਵ ਕਰਨਾ। ਇਸ ਸਿਟੀ ਨੂੰ ਕਿੱਦਾਂ ਤੁਸੀਂ, ਇਸ ਹਲਕੇ ਨੂੰ ਕਿੱਦਾਂ ਤੁਸੀਂ ਸਮਾਰਟ ਸਿਟੀ ਬਣਾ ਸਕਦੇ ਹੋ, ਇਹੀ ਮੇਰੀ ਵਿਜ਼ਨ ਲੈ ਕੇ ਮੈਂ ਇੱਥੇ ਆਇਆ ਹਾਂ ਜੀ। ਤੁਸੀਂ ਨਾ ਚਿੱਟੇ ਦੀ ਗੱਲ ਕੀਤੀ, ਹੁਣ ਚਿੱਟਾ ਜਿਹੜਾ ਉਹ ਆਉਂਦਾ ਹੈ ਬਾਰਡਰ ਪਾਰੋਂ, ਬਹੁਤ ਸਾਰੀਆਂ ਗੱਲਾਂ ਇਹ ਆਉਂਦੀਆਂ ਰਹਿੰਦੀਆਂ। ਜਦੋਂ ਅਕਾਲੀ ਦਲ ਦੀ ਤੁਹਾਡੀ ਪਾਰਟੀ ਨਾਲ ਸਾਂਝੀ ਸਰਕਾਰ ਸੀ, ਉਹਨਾਂ ਨੇ ਨਾ ਬਾਰਡਰ ਦੇ ਉੱਤੇ ਨੇੜੇ ਜਾ ਕੇ ਵੀ ਪ੍ਰੋਟੈਸਟ ਕੀਤੇ ਸੀ। ਜੇ ਬਾਰਡਰ ਤੋਂ ਆਉਂਦਾ ਤਾਂ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੇ ਰੋਕਣ ਦੀ ਹੈ ਜੀ। ਠੀਕ ਹੈ ਕਿ ਡਰਾਉਣ ਵਾਲਾ ਜਿਹੜਾ ਮਾਮਲਾ ਉਹਦੇ ਤੇ ਵੀ ਕਨਫਲਿਕਟ ਨੇ ਇੱਥੇ ਪੰਜਾਬ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਹੋਰੇ ਤੁਹਾਡੀ ਪਾਰਟੀ ਨਾਲ ਹਮੀ ਭਰ ਜਾਓ, ਕਹਿੰਦੇ ਜੀ ਇਹ BSF ਦਾ ਜਿਹੜਾ ਅਧਿਕਾਰ ਖੇਤਰ ਉਹ ਵੱਧ ਜਾਣਾ ਚਾਹੀਦਾ, ਦੂਸਰੀਆਂ ਧਿਰਾਂ ਕਹਿੰਦੀਆਂ ਨਹੀਂ ਹੋਣਾ ਚਾਹੀਦਾ। ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਕਿ ਇਕੱਲੇ ਪੰਜਾਬ 'ਚ ਇਹ ਡਰੱਗ ਕਿਉਂ ਆ ਰਿਹਾ? ਕੀ ਇਹ ਟਾਰਗੇਟ ਹੋ ਰਿਹਾ ਜਾਂ ਫਿਰ ਇਹ ਹੈ ਕਿ ਰਾਹ ਹੀ ਇਹ ਹੈ? ਨਹੀਂ, ਦੇਖੋ ਅਫਗਾਨਿਸਤਾਨ ਤੇ ਪਾਕਿਸਤਾਨ ਦੋਨਾਂ ਦਾ ਕਨੈਕਸ਼ਨ ਪੰਜਾਬ ਦੇ ਨਾਲ ਹੈ, ਕਿਉਂਕਿ ਪੰਜਾਬ JNK ਨਾਲ ਵੀ ਜੁੜਿਆ ਹੋਇਆ ਹੈ। ਤੇ ਇਹ ਸਭ ਨੂੰ ਪਤਾ ਹੈ ਕਿ ਵੀ ਇੰਡੀਆ ਨੂੰ ਹਿਲਾਉਣ ਲਈ ਪੰਜਾਬ ਦੇ ਵਿੱਚ ਇਹ ਸਾਰੇ ਖੇਡਾਂ ਉਹ ਖੇਲ ਰਹੇ ਨੇ। ਪਰ ਦੁਖਦ ਗੱਲ ਇਹ ਹੈ ਕਿ ਸਾਡੇ ਆਪਣੇ ਹੀ ਲੀਡਰ ਅੰਦਰ ਤੋਂ, ਉਹਨਾਂ ਨੇ ਬਾਹਰ ਵਾਲਿਆਂ ਨੇ ਤਾਂ ਕਰਨਾ ਹੀ ਕਰਨਾ ਹੈ, ਅੰਦਰ ਵਾਲੇ ਵੀ ਇਹ ਕਰ ਰਹੇ ਨੇ। ਤਾਂ ਦੁੱਖ ਦੀ ਗੱਲ ਤਾਂ ਇਹ ਹੈ, ਤਾਂ ਸਾਡਾ ਜਿਹੜਾ ਕੰਟਰੋਲ ਹੈ ਪਹਿਲਾਂ ਤਾਂ ਹੈ ਜੀ ਅੰਦਰ ਵਾਲਿਆਂ ਦੇ ਨਾਲ ਜੀ। ਤਾਂ ਇਸੇ ਲਈ ਪੁਲਿਸ ਨੇ ਉਹਨਾਂ ਦੇ ਉੱਤੇ FIR ਕੀਤੀ ਹੈ। ਔਰ ਬਾਹਰ ਦੇ ਲਈ ਮੈਨੂੰ ਜਗ੍ਹਾ ਜਗ੍ਹਾ ਜਾ ਕੇ ਪ੍ਰਧਾਨ ਮੰਤਰੀ ਜੀ ਨੇ ਇਹ ਇਸ਼ੂ ਉਠਾਏ ਨੇ, ਟੈਰਰਿਜ਼ਮ ਦਾ ਇਸ਼ੂ ਉਠਾਇਆ, ਡਰੱਗਸ ਦਾ ਇਸ਼ੂ ਉਠਾਇਆ ਹੈ ਔਰ ਸਿਕਿਉਰਿਟੀ ਦਾ ਇਸ਼ੂ ਉਠਾਇਆ ਹੈ। ਇਹ ਹਰ ਜਗ੍ਹਾ ਉਠਾਉਂਦੇ ਨੇ ਕਿ ਜੀ ਅਫਗਾਨਿਸਤਾਨ ਔਰ ਪਾਕਿਸਤਾਨ ਬਹੁਤ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਸਪੋਰਟ ਨਾ ਕਰਨ। ਇੱਕ ਹੋਰ ਮਸਲਾ ਹੈ ਜੀ ਜਿਹੜਾ ਇਸ ਵਕਤ, ਹਾਲਾਂਕਿ ਇਹ ਮੰਨ ਕੇ ਚੱਲਦਾ ਕਿ ਅੰਮ੍ਰਿਤਸਰ ਦੇ ਵਿੱਚ BJP ਦਾ ਆਧਾਰ ਹੈ ਜਿਹੜਾ ਉਹ ਵੱਧ ਹੈ, ਬਾਕੀ ਥਾਵਾਂ ਦੇ ਵਿੱਚ ਵੀ ਹੈ, ਕਿਉਂਕਿ ਮਾਝਾ ਅਤੇ ਮਾਲਵਾ ਬੈਲਟ ਜਦੋਂ ਦੇਖੀ ਜਾਂਦੀ ਹੈ ਮਾਲਵੇ ਦੇ ਮੁਕਾਬਲਤਨ ਇਹ ਸੀਟਾਂ ਕਾਫੀ ਸਟਰੋਂਗ ਰਹਿੰਦੀਆਂ ਔਰ ਤੁਹਾਡੇ ਕਦੇ ਨਾ ਕਦੇ ਮੈਂਬਰ ਪਾਰਲੀਮੈਂਟ ਜਾਂ MLAs ਉਹ ਕਾਮਯਾਬ ਹੁੰਦੇ ਆ। ਇਸ ਵਾਰ ਜਿਹੜਾ ਕਿਸਾਨੀ ਸੰਘਰਸ਼ ਹੋਇਆ ਸੀ ਉਸ ਨੂੰ ਲੈ ਕੇ ਥਾਂ ਥਾਂ ਦੇ ਉੱਤੇ BJP ਦਾ ਵਿਰੋਧ ਹੋਇਆ ਔਰ ਇਹਨਾਂ ਦੇ ਲੋਕ ਹੈ ਜਿਹੜੇ ਉਹ ਬਾਹਰ ਵੀ ਨਹੀਂ ਨਿਕਲਣ ਦਿੱਤੇ ਗਏ ਤੁਹਾਡੀ ਪਾਰਟੀ ਦੇ। ਹੁਣ ਕਿਹੋ ਜਿਹਾ ਰਿਸਪੌਂਸ ਹੈ ਲੋਕਾਂ ਦਾ? ਦੇਖੋ, ਜਿਹੜਾ ਮੈਂ ਕੱਲ੍ਹ ਵੀ ਇਸ ਬਾਰੇ ਬੋਲਿਆ ਸੀ ਕਿ ਵੀ ਕਿਸਾਨ ਬਿੱਲ ਜੋ ਸਨ ਜਾਂ ਕਿਸਾਨ ਲਾਅ ਜੋ ਸਨ, ਉਹ ਪ੍ਰਧਾਨ ਮੰਤਰੀ ਜੀ ਨੇ ਇੱਕ ਅੱਛੇ ਮਨਸੇ ਨਾਲ, ਇੱਕ ਅੱਛੀ ਇੰਟੈਂਸ਼ਨ ਨਾਲ ਲਿਆਂਦੇ ਸਨ। ਠੀਕ ਹੈ ਕਿ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਜੀ ਨੇ ਇਸ ਆਪਣਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਇਹ ਅਨਾਊਂਸ ਕੀਤਾ ਕਿ ਵੀ ਠੀਕ ਹੈ, ਮੈਂ ਤੁਹਾਨੂੰ ਇਹ ਕਨਵਿੰਸ ਨਹੀਂ ਕਰ ਸਕਿਆ ਕਿ ਇਹ ਤੁਹਾਡੇ ਹੱਕ 'ਚ ਨੇ, ਇਸ ਲਈ ਮੈਂ ਇਹਨੂੰ ਵਾਪਸ ਲੈਣਾ। ਮੈਂ ਇਹ ਸੋਚਦਾ ਕਿ ਉਸ ਤਰੀਕ ਤੋਂ ਇਹ ਮਾਮਲਾ ਹੁਣ ਖਤਮ ਕਰ ਦਿੱਤਾ ਗਿਆ ਹੈ। ਪਰ ਸਰ ਕੁਝ ਇੱਕ ਸੈਕਿੰਡ, ਮੈਂ ਇਹ ਦੱਸ ਰਿਹਾ ਸੀਗਾ ਕਿ ਕਿਸਾਨਾਂ ਤੋਂ ਇਲਾਵਾ ਔਰ ਕਿਸਾਨਾਂ ਦੇ ਨਾਲ ਨਾਲ ਹੋਰ ਵੀ ਕਈ ਛੋਟੇ ਛੋਟੇ ਸੁਸਾਇਟੀ ਦੇ ਵਿੱਚ ਗਰੁੱਪ ਹਨ, ਜਿੱਦਾਂ ਕਿ ਦਲਿਤ 35% ਨੇ, ਮਹਿਲਾਵਾਂ 50% ਨੇ, ਹੋਰ ਕਈ ਇਸ ਤਰੀਕੇ ਦੇ ਸੈਕਸ਼ਨ ਆਫ ਸੁਸਾਇਟੀ ਨੇ ਜਿਹੜਾ ਹੁਣ ਤਰੱਕੀ ਚਾਹੁੰਦੇ ਨੇ, ਜਿਹੜਾ ਵਿਕਾਸ ਚਾਹੁੰਦੇ ਨੇ, ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਚਾਹੁੰਦੇ ਨੇ। ਉਹ ਸਾਰੇ ਹੀ BJP ਵੱਲ ਤੱਕ ਰਹੇ ਨੇ ਕਿ ਇਹੀ ਪਾਰਟੀ ਹੈ ਜੋ ਸਾਰੀਆਂ ਇਹ ਆਸਾਂ ਪੂਰੀ ਕਰ ਸਕਦੀ ਹੈ। ਸਮੱਸਿਆ ਪਤਾ ਨਹੀਂ ਕਿੱਧਰ ਆ ਰਹੀ ਹੈ ਕਿ ਜਦੋਂ ਸਰਕਾਰ ਕੁਝ ਚੰਗਾ ਕਰਨਾ ਚਾਹੁੰਦੀ ਹੈ, ਕਿਸਾਨ ਇਹ ਮੰਨਦੇ ਨਹੀਂ। ਚਲੋ ਉਹ ਸਮਝੌਤਾ ਜਿਹੜਾ ਸੀਗਾ ਉਹ ਜਾਂ ਉਹ ਕਾਨੂੰਨ ਸੀ ਉਹ ਰੱਦ ਹੋ ਗਏ, 750 ਕਿਸਾਨਾਂ ਦੀ ਸਰ ਮੌਤ ਹੋ ਗਈ। ਆਪਾਂ ਨੂੰ ਪਤਾ ਹੈ BJP ਦੇ ਵੱਲੋਂ, ਪ੍ਰਧਾਨ ਮੰਤਰੀ ਦੇ ਵੱਲੋਂ ਕਦੇ ਇਹ ਨਹੀਂ ਕਿਹਾ ਗਿਆ ਕਿ ਮਾੜਾ ਹੋਇਆ। ਉਹ ਗੱਲ ਦਾ ਲੋਕਾਂ 'ਚ ਰੰਜ ਹੈ। ਅਗਲੀ ਗੱਲ MSP ਵਗੈਰਾ ਜਿਹੜੀ ਹੈ ਉਹਦੀ ਹਜੇ ਤੱਕ ਕੋਈ ਗਰੰਟੀ ਨਹੀਂ ਦਿੱਤੀ ਗਈ। ਹੁਣ ਵਾਲਾ ਜਿਹੜਾ ਬਜਟ ਹੈ ਇਹਦੇ 'ਚ ਵੀ ਕੁਝ ਨਹੀਂ। ਸੋ ਇਹ ਸਮੱਸਿਆਵਾਂ ਮੇਰੇ ਖਿਆਲ ਦੇ ਵਿੱਚ ਰਹਿਣਗੀਆਂ। ਹੋ ਸਕਦਾ ਕਿ ਤੁਹਾਡੀ ਸੀਟ ਦੇ ਉੱਤੇ ਸਮੱਸਿਆ ਨਾ ਹੋਵੇ।
ਦੇਖੋ ਕਮੇਟੀ ਐਮਐਸਪੀ ਤੇ ਬਣਾ ਸਰਕਾਰ ਨੇ, ਕੇਂਦਰੀ ਸਰਕਾਰ ਨੇ ਅਨਾਉਂਸਮੈਂਟ ਕੀਤਾ ਸੀ ਕਿ ਅਸੀਂ ਕਮੇਟੀ ਬਣਾਵਾਂਗੇ ਔਰ ਨਾਮ ਵੀ ਮੰਗੇ। ਪਰ ਇਹ ਜ਼ਰੂਰ ਮੈਂ ਕਹਿਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਿੱਖਾਂ ਵੱਲ ਔਰ ਕਿਸਾਨਾਂ ਵੱਲ ਬਹੁਤ ਜ਼ਿਆਦਾ ਧਿਆਨ ਹੈ। ਉਹ ਜਦੋਂ ਵੀ ਆਪ ਤੁਸੀਂ ਦੇਖੋਗੇ ਕਿ ਵੀ ਗੁਰਦੁਆਰੇ ਦੀ ਗੱਲ ਹੋਏ, ਹਰ ਗੁਰਪੁਰਬ ਦੇ ਵਿੱਚ ਉਹ ਮੱਥਾ ਟੇਕਣ ਦੇ ਲਈ ਗੁਰਦੁਆਰੇ ਜਾਂਦੇ ਨੇ, ਚੰਗੀ ਦਸਤਾਰ ਸਿਰ 'ਤੇ ਸਜਾਉਂਦੇ ਨੇ ਔਰ ਇਸੇ ਤਰ੍ਹਾਂ ਕਿਸਾਨਾਂ ਲਈ ਦਿਲ ਜੋੜ ਕੇ ਉਹ ਕੋਸ਼ਿਸ਼ ਕਰਦੇ ਨੇ। ਬਹੁਤ ਵੱਡੀਆਂ ਵੱਡੀਆਂ ਸਕੀਮਾਂ ਉਹ ਕਿਸਾਨਾਂ ਦੇ ਭਲਾਈ ਲਈ ਲੈ ਕੇ ਆਏ ਨੇ। ਅਤੇ ਪੰਜਾਬ ਦਾ ਜੇ ਤੁਸੀਂ ਦੇਖੋ ਕਿ ਜੇ ਪੰਜਾਬ 'ਚ ਐਗਰੀਕਲਚਰ ਨੂੰ ਦੁਬਾਰਾ ਮਾਡਰਨਾਈਜ਼ ਕਰਨਾ ਹੈ ਅਤੇ ਇਹਦੇ ਲਈ ਫੰਡ ਚਾਹੀਦੇ ਹੋਣਗੇ। ਪੰਜਾਬ ਸਰਕਾਰ ਕੋਲ ਫੰਡ ਹੈ ਕੋਈ ਨਹੀਂ, ਇਹ ਸਾਰੀ ਦੀ ਸਾਰੀ ਕਰਜ਼ੇ ਵਿੱਚ ਡੁੱਬੀ ਹੋਈ ਹੈ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਅਤੇ ਜੇ ਪੰਜਾਬ ਦੀ ਭਲਾਈ ਹੋਣੀ ਹੈ, ਆਪਾਂ ਨੂੰ ਫੰਡ ਲੈ ਕੇ ਆਉਣੇ ਪੈਣਗੇ, ਚੰਗੀ ਲੀਡਰ ਹੋਣੇ ਚਾਹੀਦੇ ਹੈ, ਕਰਪਸ਼ਨ ਨੂੰ ਖ਼ਤਮ ਕਰਨਾ ਚਾਹੀਦਾ ਹੈ ਔਰ ਅੱਛੀ ਨੀਅਤ ਨਾਲ ਕੰਮ ਕਰਨ ਦਾ ਜੇ ਕੋਈ ਸਾਧਨ ਹੈ ਤਾਂ ਆਪਾਂ ਨੂੰ ਡਬਲ ਇੰਜਨ ਦੀ ਸਰਕਾਰ ਲਿਆਉਣੀ ਚਾਹੀਦੀ ਹੈ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਤੇ ਵੋਟਰਾਂ ਨੂੰ ਕਿ ਕਿਹੜੇ ਆਧਾਰ ਦੇ ਉੱਤੇ ਤੁਹਾਨੂੰ ਵੋਟ ਪਾਉਣ ਅਤੇ ਦੂਜੀਆਂ ਜਿਹੜੀਆਂ 2 ਜਾਂ 3 ਧਿਰਾਂ ਨੇ, ਕਿਉਂਕਿ ਆਮ ਆਦਮੀ ਪਾਰਟੀ ਵੀ ਇੱਥੇ ਮਜ਼ਬੂਤ ਹੈ ਕੈਂਡੀਡੇਟ ਦੇ ਵਜੋਂ, ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਤੁਸੀਂ ਕਿਵੇਂ ਆਪਦੇ ਆਪ ਨੂੰ ਸਟਰੋਂਗ ਮੰਨਦੇ ਹੋ? ਦੇਖੋ 3 ਇੱਥੇ ਪਾਰਟੀਆਂ ਮੇਨ ਨੇ ਜੀ। ਬੀਜੇਪੀ, ਅਕਾਲੀ ਦਲ, ਕਾਂਗਰਸ, ਫਿਰ ਤੁਸੀਂ ਕਿਹਾ ਆਪ ਜੀ। ਆਪ ਨੇ ਆਪਣਾ ਕੈਂਡੀਡੇਟ ਜਿਹੜਾ ਸੀਐਮ ਕੈਂਡੀਡੇਟ ਅਨਾਉਂਸ ਕਰਤਾ ਹੋਇਆ। ਮੈਂ ਆਪਣੇ ਸਰੋਤਿਆਂ ਨੂੰ ਸਿਰਫ ਇਹ ਕਹਿਣਾ ਚਾਹਾਂਗਾ ਕਿ ਭਰਾਵੋ ਔਰ ਭੈਣੋ, ਇਹ ਇਮੋਸ਼ਨਲ ਹੋ ਕੇ, ਸੈਂਟੀਮੈਂਟਲ ਹੋ ਕੇ ਵੋਟ ਨਹੀਂ ਪਾਣੀ ਕਿ ਜੀ ਅਸੀਂ ਇਸ ਪਾਰਟੀ ਦੇ ਉਸ ਪਾਰਟੀ ਦੇ ਹਾਂ। ਇਹ ਸੋਚਣ ਦੀ ਜ਼ਰੂਰਤ ਹੈ ਕਿ ਸਾਡੀਆਂ ਜਿਹੜੀਆਂ ਅਗਲੀਆਂ ਨਸਲਾਂ ਨੇ, ਸਾਡਾ ਜਿਹੜਾ ਪੰਜਾਬ ਦਾ ਅੱਗੇ ਦਾ ਫਿਊਚਰ ਹੈ, ਕਿ ਉਹ ਲੀਡਰ ਜਿਨ੍ਹਾਂ ਨੂੰ ਡਰੱਗ ਦੇ ਕੇਸਿਸ, ਚਿੱਟੇ ਦੇ ਕੇਸਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਆਰਡਰ ਕੀਤੇ ਹੋਏ ਨੇ ਜੀ ਤੁਸੀਂ ਸਰੈਂਡਰ ਕਰੋ, ਜਾਂ ਫਿਰ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਦੇ ਉਹਨਾਂ ਦੇ ਬੌਸ ਨੇ, ਜਦੋਂ ਇਹ ਮਿਨਿਸਟਰ ਸੀ ਇਹਨਾਂ ਦਾ ਬੌਸ ਸੀਗੇ, ਮੁੱਖ ਮੰਤਰੀ ਸਨ, ਉਹਨਾਂ ਨੇ ਆਫੀਸ਼ੀਅਲੀ ਇਹ ਕਿਹਾ ਹੋਇਆ ਹੈ ਔਰ ਰਿਕਾਰਡ 'ਤੇ ਕਿਹਾ ਹੋਇਆ, ਐਲਾਨ ਕਿਹਾ ਹੋਇਆ ਹੈ ਕਿ ਇਹ ਮੰਤਰੀ ਮੇਰਾ ਨਿਖਿਧ ਸੀ ਜੀ ਔਰ ਕੰਮ ਕਰਨ ਦੇ ਯੋਗ ਨਹੀਂ ਹੈ। ਪਰ ਕੰਮ ਉਲਟਾ ਹੋ ਗਿਆ ਡਾਕਟਰ ਸਾਹਿਬ। ਨਹੀਂ ਕਿ ਨਹੀਂ, ਇੱਕ ਮਿੰਟ, ਇੱਥੇ ਹੀ ਗੱਲ ਆਉਂਦੀ ਹੈ ਨਾ ਕਿ ਉਹ ਮੁੱਖ ਮੰਤਰੀ ਨਿਖਿਧ ਸੀ ਜਾਂ ਇਹ ਮੰਤਰੀ ਨਿਖਿਧ ਸੀ, ਦੋਨੇ ਹੋ ਸਕਦੇ ਆ। ਤੇ ਇਸ ਵਕਤ ਹਾਸ਼ੀਏ ਤੇ ਨੇ ਮੁੱਖ ਮੰਤਰੀ। ਨਹੀਂ, ਦੇਖੋ ਇੱਕ ਸਿਸਟਮ ਹੁੰਦਾ ਜੀ, ਜਿੱਦਾਂ ਅਸੀਂ ਕੰਮ ਕਰਦੇ ਹਾਂ, ਸਾਡਾ ਇੱਕ ਬੌਸ ਹੁੰਦਾ ਹੈ, ਉਹ ਰਿਪੋਰਟ ਲਿਖਦਾ ਹੈ ਜੀ। ਇੱਦਾਂ ਹੀ ਮਿਨਿਸਟਰ ਨੇ, ਮਿਨਿਸਟਰ ਦਾ ਬੌਸ ਚੀਫ ਮਿਨਿਸਟਰ ਹੁੰਦਾ, ਉਹਨੂੰ ਪਤਾ ਹੁੰਦਾ ਕਿ ਪਰਫਾਰਮੈਂਸ ਮੇਰੇ ਮੰਤਰੀ ਦੀ ਕਿੱਦਾਂ ਦੀ ਹੈ। ਜੇ ਉਹਨਾਂ ਨੇ ਆਫੀਸ਼ੀਅਲੀ ਇਹ ਕਿਹਾ ਕਿ ਜੀ ਨਿਖਿਧ ਹੈ ਤੇ ਸਾਨੂੰ ਮੰਨਣਾ ਪਏਗਾ ਉਹ ਨਿਖਿਧ ਹੈ। ਜੇ ਤੁਸੀਂ ਨਹੀਂ ਮੰਨਦੇ ਕਿ ਉਹ ਨਿਖਿਧ ਹੈ ਤੇ ਮੇਰੇ ਨਾਲ ਚੱਲੋ ਆਪਣੇ ਹਲਕੇ 'ਚ ਤੇ ਦੇਖੋ ਕੀ ਕਮਾਲ ਦਾ ਕੰਮ ਕੀਤਾ ਉਹਨਾਂ ਨੇ। ਆ ਗੱਲ ਬਣਦੀ ਨਹੀਂ, ਆ ਦੋਨੋਂ ਟੈਸਟੀਮੋਨੀਅਲ ਹੈ, ਤੁਸੀਂ ਪ੍ਰੂਫ ਮੰਗ ਰਹੇ ਹੋ ਨਾ, ਤੇ ਉਹ ਉਹਨਾਂ ਨੇ ਕਿਹਾ ਤੇ ਪ੍ਰੂਫ ਉਹਦਾ ਚੱਲੋ ਦੇਖੋ ਕਿ ਪੂਰੇ ਦੇ ਪਿੰਡ ਵੀ ਜੀ ਹਰਿਆਣੇ ਵਗੈਰਾ 'ਚ ਤਾਂ ਔਰ ਤਾਮਿਲਨਾਡੂ ਦੇ ਪਿੰਡ ਵੀ ਇਸ ਤੋਂ ਚੰਗੇ ਨੇ ਜਿੱਦਾਂ ਦੀ ਪ੍ਰਮੋਸ਼ਨ ਇਹਨਾਂ ਨੇ ਇੱਥੇ ਕੀਤੀ ਹੈ। ਬਾਕੀ ਰਹੇ ਭਗਵੰਤ ਮਾਨ ਜੀ, ਔਰ ਮੈਂ ਕੇਵਲ ਇਹ ਕਹਿਣਾ ਚਾਹੁੰਦਾ ਹਾਂ ਜੀ ਕਿ ਇਹ ਕੋਈ ਖੇਡ ਨਹੀਂ ਹੈ, ਇਹ ਕੋਈ ਮੇਲਾ ਨਹੀਂ ਹੈ। ਆਪਾਂ ਨੂੰ ਐਸੀ ਲੀਡਰਸ਼ਿਪ ਚੁਣਨੀ ਚਾਹੀਦੀ ਹੈ ਜਿਹਦੇ ਕੋਲ ਸਕਿੱਲ ਹੋਵੇ। ਬਈ ਆਫਟਰ ਆਲ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ, ਐਕਸਪੀਰੀਅੰਸ ਹੋਣਾ ਚਾਹੀਦਾ, ਹਾਂਜੀ, ਔਰ ਤੁਹਾਡੇ ਕੋਲ ਸੈਂਟਰ ਦੇ ਨਾਲ ਇੱਕ ਅੱਛਾ ਨਾਤਾ ਰਿਲੇਸ਼ਨਸ਼ਿਪ ਹੋਣੀ ਚਾਹੀਦੀ। ਆਪ ਤਾਂ ਰੋਜ਼ ਲੜਦੀ ਰਹਿੰਦੀ ਹੈ ਜੀ ਦਿੱਲੀ 'ਚ ਬੈਠ ਕੇ ਸੈਂਟਰਲ ਸਰਕਾਰ ਨਾਲ। ਮਾਨ ਸਾਹਿਬ ਕੀ ਪੈਸਾ ਲੈਣਗੇ ਸੈਂਟਰ ਤੋਂ ਉਹੀ ਕੈਂਡੀਡੇਟਸ ਜਿਹੜੇ ਸਾਫ਼ ਸੁਥਰੇ ਨੇ, ਉਹੀ ਕੈਂਡੀਡੇਟ
ਜਿਨ੍ਹਾਂ ਦੀ ਛਵੀ ਬੜੀ ਅੱਛੀ ਹੈ, ਉਹੀ ਕੈਂਡੀਡੇਟ ਜਿਹੜੇ 35 37 ਸਾਲਾਂ 'ਚ ਇਹ ਕੰਮ ਜਾਣਦੇ ਨੇ ਕਿ ਗਵਰਨੈਂਸ ਨੂੰ ਔਰ ਵਿਕਾਸ ਨੂੰ ਕਿੱਦਾਂ ਕੀਤਾ ਜਾ ਸਕਦਾ ਹੈ, ਔਰ ਉਹੀ ਕੈਂਡੀਡੇਟਸ ਜਿਹੜੇ ਸਿੱਧਾ ਸੈਂਟਰਲ ਗਵਰਨਮੈਂਟ ਤੋਂ ਪੰਜਾਬ ਲਈ ਚੰਗੇ ਫੰਡ ਲਿਆ ਸਕਣ, ਉਹਨਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ। ਨਹੀਂ ਤਾਂ ਫਿਰ ਪ੍ਰੋਬਲਮ ਉੱਥੇ ਹੀ ਆ ਜਾਣੀ ਹੈ ਜੀ। ਪੈਸੇ ਹੈ ਨਹੀਂ ਸਰਕਾਰ ਕੋਲ, ਉਹਨਾਂ ਦੀ ਰਿਲੇਸ਼ਨਸ਼ਿਪ ਉੱਥੇ ਚੰਗੀ ਨਹੀਂ ਹੈ, ਤੇ ਫਿਰ ਆਵਾਜ਼ ਤੂੰ ਮੈਂ ਹੁੰਦੀ ਰਹਿਣੀ ਹੈ ਜੀ। ਡਾਕਟਰ ਸਾਹਿਬ, ਕੁਝ ਕੁ ਗੱਲਾਂ ਜਿਹੜੀਆਂ ਸ਼ਾਇਦ ਤੁਹਾਡੇ ਪੱਖ ਦੇ ਵਿੱਚ ਵੀ ਜਾਣ ਤੇ ਸ਼ਾਇਦ ਤੁਹਾਡੇ ਵਿਰੋਧ ਦੇ ਵਿੱਚ ਵੀ ਜਾਣ। ਹੁਣ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋ ਰਿਹਾ, ਉਹ ਕੰਪੇਨ ਕਰਨ ਜਾਂਦੇ ਨੇ, ਦਰਵਾਜ਼ਾ ਖੜਕਾਉਂਦੇ ਆ, ਦਰਵਾਜ਼ਾ ਨਹੀਂ ਖੁੱਲਦਾ, ਉਲਟਾ ਕੁਝ ਹੋਰ ਖੁੱਲ੍ਹ ਜਾਂਦਾ ਹੈ, ਪਾਜ ਵੀ ਖੁੱਲ੍ਹ ਜਾਂਦੇ ਆ। ਤੇ ਇਹੋ ਜਿਹੇ ਮੁਕਾਬਲੇ ਦੇ ਵਿੱਚ ਕਿੱਥੇ ਜੇ ਖੜਾ ਦੇਖਦੇ ਹੋ ਫਿਰ ਕਿ ਇੱਕ ਪਾਸੇ ਨਵਜੋਤ ਸਿੱਧੂ ਹਾਲਾਂਕਿ ਹੈ ਬੜੇ ਤੇਜ਼ ਤਰਾਰ, ਪਰ ਜੇ ਉਹਨਾਂ ਨੂੰ ਕਾਂਗਰਸ ਦੇ ਉਮੀਦਵਾਰ ਜਿਹੜੇ ਹੈਗੇ ਨੇ ਵੋਟਰੀ ਆ ਉਹ ਆਪਣਾ ਦਰਵਾਜ਼ਾ ਨਹੀਂ ਖੋਲ੍ਹਦੇ, ਤਾਂ ਫਿਰ ਲੱਗਦਾ ਕਿ ਕਿਤੇ ਨੇੜੇ ਜੇ ਵੱਧਦੇ ਹਾਂ ਅਸੀਂ। ਦੇਖੋ, ਇਹ ਬੜੀ ਤੁਸੀਂ ਚੰਗੀ ਗੱਲ ਔਰ ਆਬਜ਼ਰਵੇਸ਼ਨ ਕੀਤੀ ਹੈ, ਔਰ ਇਹ 'ਚ ਆਪਾਂ ਨੂੰ ਸਮਝਣਾ ਚਾਹੀਦਾ ਉਹਨਾਂ ਦੇ ਦਰਵਾਜ਼ੇ ਨਹੀਂ ਖੋਲ੍ਹਦੇ ਪਏ, ਤੇ ਮੈਨੂੰ ਘਰ ਘਰ 'ਚ ਜਾ ਕੇ ਬੀਬੀਆਂ ਆਪਣੇ ਬੱਚਿਆਂ ਨੂੰ ਬੁਲਾਉਂਦੀਆਂ, ਕਹਿੰਦੀਆਂ ਵੀ ਥੱਲੇ ਆਹ ਦੇਖੋ, ਤੂੰ ਵੀ ਕਾਕਾ ਇੱਦਾਂ ਇੱਕ ਦਿਨ ਅਫਸਰ ਬਣਨਾ। ਤੇ ਇਹਦਾ ਪਿੱਛੇ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਜੀ ਕਿ ਕੋਈ ਵੀ ਘਰ ਫੈਮਿਲੀ ਵਾਲਾ ਇਹ ਨਹੀਂ ਚਾਹੁੰਦਾ ਮੇਰੇ ਘਰ ਕੋਈ ਐਸਾ ਬੰਦਾ ਆ ਜਾਏ ਜਿਹਦੇ ਤੇ FIR ਦੀ ਰਿਪੋਰਟਾਂ ਲੱਗੀਆਂ ਹੋਣ, ਤੇ ਉਹ ਚਿੱਟੇ ਦੇ ਕੇਸਾਂ ਦੇ ਵਿੱਚ ਦਰਜ ਹੋਇਆ ਹੋਏ, ਤੇ ਆਪਣੇ ਬੱਚੇ ਨੂੰ ਉਹਦੇ ਸਪੁਰਦ ਨਹੀਂ ਕਰਦੇ ਹੈ ਜੀ। ਔਰ ਜਿੱਦਾਂ ਤੁਸੀਂ ਸਿੱਧੂ ਸਾਹਿਬ ਦੇ ਬਾਰੇ ਕਿਹਾ ਕਿ ਜਿਨ੍ਹਾਂ ਨੇ ਕਦੀ ਕੰਮ ਨਹੀਂ ਕੀਤੇ, ਜਿਨ੍ਹਾਂ ਨੇ ਵੋਟ ਲੈ ਕੇ ਉਹਨਾਂ ਨੂੰ ਬਿਲਕੁਲ ਭੁੱਲ ਗਏ, ਜਿਨ੍ਹਾਂ ਨੇ 60 70 100 ਬੰਦੇ ਹਾਦਸੇ 'ਚ ਮਰ ਗਏ, ਉਹਨਾਂ ਦਾ ਦੁਬਾਰਾ ਹਾਲ ਨਹੀਂ ਪੁੱਛਿਆ, ਤੇ ਫਿਰ ਤੁਸੀਂ ਸੋਚਦੇ ਹੋ ਕਿ ਉਹਨਾਂ ਨੂੰ ਜਾ ਕੇ ਉਹਨਾਂ ਨੇ ਜੱਫੀਆਂ ਪਾਉਣੀਆਂ। ਅੱਛਾ, ਇੱਕ ਗੱਲ ਹੁਣ ਤੁਸੀਂ ਵਧੀਆ ਗਰਮ ਜਿਹੇ ਹੋਏ ਡਾਕਟਰ ਸਾਹਿਬ, ਦੋ ਕੁ ਗੱਲਾਂ ਹੋਰ ਦੱਸੋ ਕਿ ਜਿਹੜਾ ਇਹ ਮੁਕਾਬਲਾ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ, ਕਿਸੇ ਵੇਲੇ ਉਹ BJP 'ਚ ਹੁੰਦੇ ਸੀ ਤੇ ਉਹਨਾਂ ਦਾ ਸਾਥ ਦੇਣ ਦੇ ਵਾਸਤੇ ਹੁੰਦੇ ਸੀ ਅਕਾਲੀ ਦਲ ਵਾਲੇ, ਵਿਕਰਮ ਸਿੰਘ ਮਜੀਠੀਆ ਹੋਰੇ, ਉਹ ਇਕੱਠੇ ਹੁੰਦੇ ਸੀਗੇ। ਇੱਥੇ ਜਿਹੜੀ ਕੋਈ ਹੋਰ ਧਿਰ ਹੁੰਦੀ ਸੀ ਹਾਰਦੀ ਸੀ। ਹੁਣ ਕੀ ਹੈ ਕਿ ਉਹ ਦੋਵੇਂ ਇੱਕ ਦੂਸਰੇ ਦੇ ਆਮੋ ਸਾਹਮਣੇ ਨੇ। ਇਹ ਕੀ ਹੈ ਕਿ ਟੱਕਰ ਹੈ, ਵਿਕਾਸ ਦੀ ਗੱਲ ਹੈ। ਦੇਖੋ, ਇਹ ਦੋ ਬਲਦ ਘੋਲ ਕਰੀ ਜਾਂਦੇ ਨੇ, ਔਰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ, ਇੱਕ ਦੂਜੇ ਨੂੰ ਇਹ ਕਹਿੰਦੇ ਨੇ ਜੀ ਇਹਨੂੰ ਮੈਂ ਨਹੀਂ ਛੱਡਣਾ, ਤਾਂ ਦੂਜਾ ਕਹਿੰਦਾ ਇਹਨੂੰ ਮੈਂ ਨਹੀਂ ਛੱਡਣਾ। ਇਹ ਗਾਲਾਂ ਦੀ ਔਰ ਗਾਲੀ ਗਲੋਚ ਦੀ ਰਾਜਨੀਤੀ ਬਣ ਗਈ ਹੈ। ਆਪਣੇ ਇਹਨਾਂ ਦੇ ਜਿਹੜੀਆਂ ਦੁਸ਼ਮਣੀਆਂ ਨੇ ਉਹਨਾਂ ਨੂੰ ਸੈਟਲ ਕਰਨ ਲਈ ਇਹਨਾਂ ਨੇ ਸਾਰੇ ਵਿਕਾਸ ਦੇ ਮੁੱਦੇ, ਸਾਰੇ ਹਲਕੇ ਦੇ ਮੁੱਦੇ ਥੱਲੇ ਨੱਪਤੇ ਨੇ। ਕੋਈ ਗੱਲ ਇਸ ਬਾਰੇ ਨਹੀਂ ਕਰਦਾ ਕਿ ਬਈ ਇੱਥੇ ਸਾਲਾਂ ਤੋਂ ਸਾਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਨੇ 15 ਸਾਲ 20 ਸਾਲ, ਅੱਜ ਜਾ ਕੇ ਦੇਖੋ ਕੋਈ ਸਕੂਲ ਦੇ ਵਿੱਚ ਚੱਜ ਦਾ ਇਨਫਰਾਸਟ੍ਰਕਚਰ ਨਹੀਂ ਹੈ। ਕਿਤੇ ਤੁਸੀਂ ਬਿਜਲੀ ਦਾ ਹਾਲ ਦੇਖ ਲਓ ਤੇ ਉੱਤੇ ਤਾਰਾਂ ਨਹੀਂ ਹੈ, ਲੋਕਾਂ ਦਾ ਪਾਣੀ ਕੋਠੇ ਤੇ ਨਹੀਂ ਚੜਦਾ ਜੀ। ਕੱਚੀਆਂ ਜਿਹੜੀਆਂ ਇਹਨਾਂ ਨੇ ਇੱਕ ਸਕੀਮ ਚਲਾਈ ਸੀ, ਕੱਚੀ ਪੱਕੀ ਛੱਤ ਜੀ, ਉਹ ਸਾਰਾ ਪੈਸਾ ਗਲਤ ਲੋਕਾਂ ਨੂੰ ਦੇ ਕੇ, ਤੇ ਜਿਨ੍ਹਾਂ ਦੀਆਂ ਕੱਚੀਆਂ ਛੱਤਾਂ ਉਹ ਕੱਚੀਆਂ ਹੀ ਰਹਿ ਗਈਆਂ, ਸਾਰਾ ਪੈਸਾ ਕਿੱਥੇ ਚਲਾ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਲਈ ਇਹ ਜਿਹੜੇ ਦੋ ਦਿਗਜ ਕਮਾਉਂਦੇ ਨੇ, ਇਹ ਆਪਸ ਦੀ ਲੜਾਈ ਦੇ ਵਿੱਚ ਔਰ ਆਪਣੇ ਹੀ ਸਵਾਰਥ ਲਈ ਇੱਥੇ ਆਏ ਨੇ। ਇਹਨਾਂ ਨੂੰ ਲੋਕ ਸੇਵਾ ਦੇ ਬਾਰੇ ਕੋਈ ਵੀ ਇੰਟਰਸਟ ਨਹੀਂ ਹੈ, ਔਰ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਵੋਟਰ ਨੇ ਮਨ ਬਣਾ ਲਿਆ ਕਿ ਉਹ ਇੱਕ ਸਾਫ਼ ਸੁਥਰੀ ਛਵੀ ਵਾਲੇ ਨੂੰ ਹੀ ਵੋਟ ਕਰਨਗੇ। ਸਾਫ਼ ਸੁਥਰੇ ਅਕਸ ਵਾਲੇ ਦੀ ਤਾਂ ਆਪਾਂ ਗੱਲ ਕਰ ਸਕਦੇ ਹਾਂ ਡਾਕਟਰ ਸਾਹਿਬ। ਫਿਰ ਤੁਹਾਨੂੰ ਸੁਪਨਾ ਆ ਗਿਆ ਉੱਥੇ ਬੈਠਿਆਂ ਨੂੰ ਤਾਮਿਲਨਾਡੂ 'ਚ ਕਿ ਇੱਥੇ ਆਹ ਕੰਮ ਕਰਨਾ ਚਾਹੀਦਾ, ਜਾਂ ਤੁਸੀਂ ਇੱਥੇ ਪਹਿਲਾਂ ਤਾਲਮੇਲ ਰੱਖਦੇ ਰਹੇ ਹੋ? ਅਗਲੀ ਗੱਲ ਕਿ ਇਨ ਕੇਸ ਤੁਸੀਂ ਜਿੱਤ ਜਾਂਦੇ ਹੋ, ਸਰਕਾਰ ਤੁਹਾਡੀ ਨਹੀਂ ਬਣਦੀ, ਕੀ ਤੁਸੀਂ ਇੱਥੇ ਵਿਕਾਸ ਕਰ ਸਕੋਗੇ? ਨਹੀਂ, ਕਿਉਂ ਨਹੀਂ ਕਰ ਸਕਾਂਗੇ। ਮੈਂ ਤਾਂ ਇਹ ਤੁਹਾਨੂੰ ਵਾਰੀ ਇਹ ਦੱਸ ਰਿਹਾ ਨਾ ਜੀ ਕਿ ਸਾਰੇ ਦਾ ਸਾਰਾ ਜਿਹੜਾ ਵੀ ਫੰਡ ਆਣੇ ਨੇ ਉਹ ਭਾਰਤ ਸਰਕਾਰ ਤੋਂ ਆਣੇ ਨੇ ਜੀ। ਜਿੰਨੀਆਂ ਡਾਇਰੈਕਟ MLA ਨੂੰ ਤਾਂ ਨਹੀਂ ਦੇਣਗੇ ਮੇਰੇ ਖਿਆਲ 'ਚ। ਨਹੀਂ, MLA ਨੂੰ ਨਹੀਂ ਫੰਡ ਦਿੰਦੇ ਜੀ, ਪਰ ਤੁਸੀਂ ਸਕੀਮਾਂ ਤੋਂ ਲਿਆ ਸਕਦੇ ਹੋ ਨਾ ਭਾਰਤ ਸਰਕਾਰ ਦੀਆਂ। ਸਾਰੇ ਦੇ ਸਾਰੇ ਮਿਨਿਸਟਰ, ਚਾਹੇ ਉਹ ਸ਼ਹਿਰੀ ਵਿਕਾਸ ਦੇ ਮਿਨਿਸਟਰ ਨੇ, ਚਾਹੇ ਉਹ ਰੂਰਲ ਡਿਵੈਲਪਮੈਂਟ ਦੇ, ਚਾਹੇ ਉਹ ਐਗਰੀਕਲਚਰ ਦੇ ਨੇ,
ਔਰ ਦੂਜੀ ਗੱਲ ਹੈ ਕਿ ਮੇਰੇ ਤੋਂ ਤਾਂ ਸਾਰੇ ਅੱਜ ਦੇ ਦਿਨ 'ਚ ਜਿੰਨੇ ਵੀ ਉੱਥੇ ਸੈਕਟਰੀ ਲੱਗੇ ਨੇ 2-2 ਸਾਲ ਤੇ ਮੇਰੇ ਤੋਂ ਜੂਨੀਅਰ ਨੇ। ਸਹੀ। ਹਾਂਜੀ, ਤੇ ਮੈਨੂੰ ਔਰ ਪੰਜਾਬ ਸਰਕਾਰ 'ਚ ਵੀ ਦੇਖੋ ਜਿੰਨਾ ਜਿਹੜਾ ਅੱਜ ਦੇ ਦਿਨ 'ਚ ਸਭ ਤੋਂ ਸੀਨੀਅਰ ਬੰਦਾ ਇੱਥੇ ਲੱਗਿਆ ਹੋਇਆ ਉਹ ਮੇਰੇ ਤੋਂ 5 ਸਾਲ ਜੂਨੀਅਰ ਹੈ। ਤੇ ਮੈਨੂੰ ਤਾਂ ਬਹੁਤ ਵਿਸ਼ਵਾਸ ਹੈ ਕਿ ਮੇਰਾ ਜਿਹੜਾ ਪੁਰਾਣਾ ਕਨੈਕਸ਼ਨ ਹੈ ਬਿਊਰੋਕ੍ਰੇਸੀ ਦੇ ਵਿੱਚ ਔਰ ਸੈਂਟਰਲ ਦੇ ਗਵਰਨਮੈਂਟ ਦੇ ਵਿੱਚ, ਕਿਉਂਕਿ ਬੀਜੇਪੀ ਸਰਕਾਰ ਹੈ ਔਰ ਜੋ 2024 ਤੱਕ ਰਹਿਣੀ ਹੈ ਔਰ ਉਸ ਤੋਂ ਬਾਅਦ 20 ਸਾਲ ਹੋਰ ਰਹਿਣੀ ਹੈ, ਉਹ ਤਾਂ ਪੂਰਾ ਫਾਇਦਾ ਉਠਾਉਂਦੇ ਹੋਏ ਆਪਾਂ ਨੇ ਚੰਗਾ ਕੰਮ ਇੱਥੇ ਅੰਮ੍ਰਿਤਸਰ 'ਚ ਕਰ ਦੇਣਾ ਹੈ ਜੀ। ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਥੈਂਕ ਯੂ ਜੀ।